ਆਪਾਂ ਗੱਲ ਕਰਨੀ ਹੈਗੀ ਹੈ 27 ਮਈ ਆਇਲਸ ਐਗਜ਼ਾਮ ਰਿਵਿਊ। ਤਾਂ ਟਾਸਕ 2 ਦਾ ਫੁੱਲ ਸੈਂਪਲ ਆਂਸਰ ਪ੍ਰੋਵਾਈਡ ਕਰਾਂਗੇ ਇਸ ਵੀਡੀਓ ਦੇ ਵਿੱਚ ਤੁਹਾਨੂੰ, ਤਾਂ ਕਾफ़ी ਹੈਲਪਫੁਲ ਹੋਏਗੀ ਵੀਡੀਓ ਤੁਹਾਡੇ ਲਈ। ਤਾਂ ਫੀਡਬੈਕ ਜ਼ਰੂਰ ਸ਼ੇਅਰ ਕਰਨਾ ਕਿ ਤੁਹਾਡੇ ਲਈ ਵੀਡੀਓ ਕਿੰਨੀ ਬੈਨੀਫੀਸ਼ੀਅਲ ਰਹੀ। ਤਾਂ ਆਪਾਂ ਜਿਹੜਾ ਸਟਾਰਟ ਕਰਦੇ ਹਾਂ, ਤੁਹਾਨੂੰ ਸਕਰੀਨ 'ਤੇ ਸਟੇਟਮੈਂਟ ਸ਼ੋ ਹੋ ਰਹੀ ਆ ਆਪਾਂ ਨੂੰ ਈਵਨਿੰਗ ਸਲੋਟ ਦੇ ਵਿੱਚ ਟਾਸਕ 2 ਦੇ ਵਿੱਚ ਦੇਖਣ ਨੂੰ ਮਿਲੀ ਸੀਗੀ। International community must act immediately to ensure all nations to reduce their consumption of fossil fuels. Example gas and oil. Do you agree or disagree? ਤਾਂ ਇਹ ਸਟੇਟਮੈਂਟ ਮਿਲੀ ਸੀ ਆਪਾਂ ਨੂੰ, ਇਸ 'ਤੇ ਆਪਾਂ ਅੱਜ ਫੁੱਲ ਸੈਂਪਲ ਆਂਸਰ ਦੀ ਗੱਲ ਕਰਾਂਗੇ। ਤਾਂ ਤੁਹਾਨੂੰ ਦੱਸਾਂਗੇ ਕਿਸ ਤਰੀਕੇ ਨਾਲ ਤੁਸੀਂ ਵੇਰੀਏਸ਼ਨ ਐਡ ਕਰ ਸਕਦੇ ਆ, ਆਈਡੀਆਜ਼ ਐਡ ਕਰ ਸਕਦੇ ਆ, ਐਗਜ਼ਾਮਪਲ, ਵੋਕੈਬ, ਕਨੈਕਟਰਸ। ਠੀਕ ਹੈ, ਤਾਂ ਆਪਾਂ ਸਭ ਗੱਲ ਕਰਾਂਗੇ ਰਾਈਟਿੰਗ ਟਾਸਕ 2 ਦੀ। ਤਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੇਰੀ ਇੱਕ ਹੰਬਲ ਰਿਕੁਐਸਟ ਆ, ਜਿੱਦਾਂ ਹੀ ਤੁਹਾਨੂੰ ਸਟੇਟਮੈਂਟ ਮਿਲਦੀ ਹੁੰਦੀ ਹੈ ਆਪਣੇ ਕੋਲੇ ਐਗਜ਼ਾਮਸ ਦੀ, ਜਿੱਦਾਂ ਅੱਜ ਆਪਾਂ ਈਵਨਿੰਗ ਸਲੋਟ ਦੀ ਗੱਲ ਕਰਨ ਜਾ ਰਹੇ ਹਾਂ, ਅਗਰ ਮੋਰਨਿੰਗ ਸਲੋਟ ਦੀ ਤੁਹਾਡੇ ਕੋਲ ਸਟੇਟਮੈਂਟ ਹੈ ਤਾਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਸ਼ੇਅਰ ਕਰ ਦਿਆ ਕਰੋ, ਤਾਂ ਜੋ ਮੈਂ ਤੁਹਾਨੂੰ ਜਿਹੜਾ ਫੁੱਲ ਸੈਂਪਲ ਆਂਸਰ ਪ੍ਰੋਵਾਈਡ ਕਰਦਾ। ਟਾਸਕ 1, ਟਾਸਕ 2 ਜਿੱਦਾਂ ਦੀ ਵੀ ਤੁਹਾਨੂੰ ਸਟੇਟਮੈਂਟ ਮਿਲਦੀ ਹੈ ਫੁੱਲ ਸ਼ੇਅਰ ਕਰ ਦਿਆ ਕਰੋ ਮੇਰੇ ਨਾਲ। ਠੀਕ ਹੈ, ਉਸ ਤੋਂ ਅੱਗੇ ਆਪਣੇ ਕੋਲ ਹੈਗਾ ਅੱਜ ਜਿਹੜਾ ਆਪਣਾ ਟਾਸਕ ਸੀਗਾ, ਉਹ ਦੱਸ ਰਿਹਾ ਹੈ ਆਪਾਂ ਨੂੰ ਕਿ ਇੰਟਰਨੈਸ਼ਨਲ ਕਮਿਊਨਿਟੀ ਹੈਗੀ ਆ, ਉਹਦੀ ਇਹ ਹੈਗਾ ਕਿ ਉਹਨਾਂ ਨੂੰ ਐਕਟ ਲੈਣਾ ਚਾਹੀਦਾ ਹੈ, ਐਕਸ਼ਨ ਲੈਣਾ ਚਾਹੀਦਾ ਹੈ ਇਮੀਡੀਏਟਲੀ, ਜਲਦੀ ਤੋਂ ਜਲਦੀ। ਠੀਕ ਹੈ, ਇਹ ਇਨਸ਼ੋਰ ਕਰਨਾ ਚਾਹੀਦਾ ਕਿ ਆਲ ਨੇਸ਼ਨਸ ਜਿਹੜੇ ਆਲ ਕੰਟਰੀਜ਼ ਨੇ, ਠੀਕ ਹੈ, ਉਹਨਾਂ ਨੂੰ ਰਿਡਿਊਸ ਕਰ ਦੇਣਾ ਚਾਹੀਦਾ ਹੈਗਾ ਕੰਜ਼ੰਪਸ਼ਨ ਆਫ ਫੋਸਲ ਫਿਊਲਸ। ਐਗਜ਼ਾਮਪਲ ਗੈਸ ਐਂਡ ਆਇਲ। ਡੂ ਯੂ ਐਗਰੀ ਔਰ ਡਿਸਐਗਰੀ? ਤੁਸੀਂ ਇਸ ਚੀਜ਼ ਦੇ ਨਾਲ ਐਗਰੀ ਹੋ ਜਾਂ ਡਿਸਐਗਰੀ ਹੋ ਕਿ ਨੇਸ਼ਨਸ ਨੂੰ ਜਿਹੜਾ ਫੋਸਲ ਫਿਊਲ ਦਾ ਯੂਜ਼ ਉਹ ਘਟਾ ਦੇਣਾ ਚਾਹੀਦਾ ਹੈਗਾ? ਇਸ ਚੀਜ਼ ਦੇ ਨਾਲ ਤੁਸੀਂ ਐਗਰੀ ਹੋ ਜਾਂ ਡਿਸਐਗਰੀ ਹੋ ਕਿ ਗੌਰਮੈਂਟ ਦੀ ਰਿਸਪੋਂਸੀਬਿਲਿਟੀ ਹੈ ਕਿ ਉਹਨੂੰ ਐਕਟ ਲੈਣਾ ਚਾਹੀਦਾ ਹੈ? ਠੀਕ ਹੈ, ਤਾਂ ਪਹਿਲਾਂ ਤੁਸੀਂ ਸਟਰਕਚਰ ਸਮਝੋ, ਐਗਰੀ ਔਰ ਡਿਸਐਗਰੀ ਐਂਡ ਟੂ ਵਟ ਐਕਸਟੈਂਡ ਡੂ ਯੂ ਐਗਰੀ ਔਰ ਡਿਸਐਗਰੀ, ਡਿਫਰੈਂਟ ਐਸੇ ਹੈ। ਠੀਕ ਹੈ, ਅਗਰ ਐਕਸਟੈਂਡ ਪੁੱਛੀ ਗਈ ਹੈ ਦੈਟ ਮੀਨਸ ਯੂ ਹੈਵ ਟੂ ਮੈਂਸ਼ਨ। ਠੀਕ ਹੈ, ਤਾਂ ਤੁਹਾਨੂੰ ਜਿਹੜਾ ਮੈਂਸ਼ਨ ਕਰਨੀ ਪਏਗੀ ਐਕਸਟੈਂਡ ਥੀਸੀ ਲਾਈਨ ਦੇ ਵਿੱਚ ਕਿ ਤੁਸੀਂ ਜਿਹੜਾ ਐਸੇ ਹੈਗਾ ਪਾਰਸ਼ਲੀ ਹੋ, ਲਾਰਜਲੀ ਹੋ ਜਾਂ ਕੰਪਲੀਟਲੀ ਹੋ। ਬਟ ਅਗਰ ਡੂ ਯੂ ਐਗਰੀ ਐਂਡ ਡਿਸਐਗਰੀ ਸਿੰਪਲ ਕੁਐਸਚਨ ਹੈ, ਦੈਨ ਤੁਸੀਂ ਇੱਕ ਸਾਈਡ 'ਤੇ ਜਾਣਾ ਹੁੰਦਾ ਹੈ, ਚਾਹੇ ਐਗਰੀ ਕੰਪਲੀਟਲੀ ਚਾਹੇ ਡਿਸਐਗਰੀ ਕੰਪਲੀਟਲੀ, ਜਿੱਦਾਂ ਦੇ ਤੁਹਾਨੂੰ ਆਈਡੀਆਜ਼ ਆਉਂਦੇ ਨੇ ਉਸ ਤਰੀਕੇ ਨਾਲ ਲਿਖ ਲਓ। ਠੀਕ ਹੈ, ਤਾਂ ਅੱਜ ਆਪਾਂ ਗੱਲ ਕਰਾਂਗੇ ਸੈਂਟੈਂਸ ਵੇਰੀਏਸ਼ਨ ਦੀ, ਕਿੱਦਾਂ ਦੀਆਂ ਵੇਰੀਏਸ਼ਨ ਤੁਸੀਂ ਐਡ ਕਰ ਸਕਦੇ ਹੋ, ਵੋਕੈਬ ਐਡ ਕਰ ਸਕਦੇ ਹੋ, ਕਨੈਕਟਰਸ ਕਿੱਦਾਂ ਦੇ, ਆਈਡੀਆਜ਼ ਕਿੱਦਾਂ ਦੇ ਹੋਣੇ ਜ਼ਰੂਰੀ ਨੇ, ਐਂਡ ਐਗਜ਼ਾਮਪਲ। ਠੀਕ ਹੈ, ਐਗਜ਼ਾਮਪਲ ਦੇ ਰਿਗਾਰਡਿੰਗ ਕਾਫੀ ਡਾਊਟਸ ਨੇ, ਤਾਂ ਅੱਜ ਆਪਾਂ ਕਲੀਅਰ ਕਰਾਂਗੇ। ਠੀਕ ਹੈ, ਫਸਟ ਆਫ ਆਲ ਤੁਸੀਂ ਸੈਂਟੈਂਸ ਵੇਰੀਏਸ਼ਨ ਜਦੋਂ ਵੀ ਆਪਾਂ ਰਾਈਟਿੰਗ ਟਾਸਕ ਦੀ ਗੱਲ ਕਰੀਏ, ਚਾਹੇ ਉਹ ਟਾਸਕ 1 ਹੈ ਚਾਹੇ ਟਾਸਕ 2 ਹੈ, ਤਾਂ ਉਹਦੇ ਲਈ ਵੇਰੀਏਸ਼ਨ ਮੋਸਟ ਇੰਪੋਰਟੈਂਟ ਹੈ। ਠੀਕ ਹੈ, ਤਾਂ ਤੁਸੀਂ ਵੇਰੀਏਸ਼ਨ ਅਗਰ ਕਰਦੇ ਹੋ, ਜਿੱਦਾਂ ਆਪਣੇ ਕੋਲ ਫੋਰ ਐਗਜ਼ਾਮਪਲ ਕੰਪਲੈਕਸ ਸੈਂਟੈਂਸ, ਪੈਸਿਵ, ਕੰਡੀਸ਼ਨਲ, ਜੀਰੰਡ, ਠੀਕ ਹੈ, ਇੱਦਾਂ ਦੇ ਸੈਂਟੈਂਸ ਤੁਸੀਂ ਕਰਦੇ ਹੋ ਤਾਂ ਇਹ ਤੁਹਾਡੀ ਇਕੱਲੀ ਰਾਈਟਿੰਗ ਹੀ ਨਹੀਂ ਇੰਪਰੂਵ ਕਰਦੀ ਹੈ, ਨਾਲ ਦੇ ਨਾਲ ਤੁਹਾਡੀ ਸਪੀਕਿੰਗ ਵੀ ਇੰਪਰੂਵ ਹੁੰਦੀ ਹੈ। ਠੀਕ ਹੈ, ਅਗਰ ਤੁਸੀਂ ਸਪੀਕਿੰਗ ਦੇ ਵਿੱਚ ਵੀ ਵੇਰੀਏਸ਼ਨ ਲੈ ਕੇ ਆਉਂਦੇ ਆ ਤਾਂ ਉਹ ਐਗਜ਼ਾਮੀਨਰ ਨੂੰ ਪਤਾ ਚੱਲਦਾ ਕਿ ਯੂ ਹੈਵ ਇਨਫ ਵੇਰੀਏਸ਼ਨ। ਠੀਕ ਹੈ, ਤਾਂ ਦੈਨ ਤੁਹਾਡੇ ਸਕੋਰ ਜਿਹੜੇ ਬੂਸਟ ਹੁੰਦੇ ਇਸ ਦੇ ਨਾਲ। ਉਸ ਤੋਂ ਅੱਗੇ ਆਪਾਂ ਗੱਲ ਕਰੀਏ ਆਈਡੀਆਜ਼ ਦੀ, ਮੋਸਟ ਇੰਪੋਰਟੈਂਟ ਥਿੰਗ ਹੈ ਆਈਡੀਆਜ਼। ਠੀਕ ਹੈ, ਤੁਹਾਡੇ ਟਾਸਕ ਰਿਸਪੌਂਸ 'ਤੇ ਹੁੰਦਾ ਹੈ। ਅਗਰ ਤੁਸੀਂ ਆਈਡੀਆਜ਼ ਰਿਲੇਵੈਂਟ ਦਿੰਦੇ ਆ ਤਾਂ ਤੁਹਾਡਾ ਫੁੱਲ ਟਾਸਕ ਰਿਸਪੌਂਸ ਹੁੰਦਾ ਹੈ। ਅਗਰ ਤੁਸੀਂ ਮਤਲਬ ਆਈਡੀਆਜ਼ ਇਨਰਿਲੇਵੈਂਟ ਦਿੰਦੇ ਹੈਗੇ ਆ ਤਾਂ ਫਿਰ ਤੁਹਾਡੇ ਆਈਡੀਆਜ਼ ਜਿਹੜੇ ਆ ਉਹ ਤੁਹਾਡਾ ਟਾਸਕ ਰਿਸਪੌਂਸ ਵੀਕ ਕਰ ਦਿੰਦੇ ਨੇ। ਠੀਕ ਹੈ, ਉਸ ਤੋਂ ਅੱਗੇ ਆਪਾਂ ਗੱਲ ਕਰੀਏ ਕਿ ਵੋਕੈਬ ਦੀ। ਠੀਕ ਹੈ, ਵੋਕੈਬ ਦੇ ਵਿੱਚ ਕਾਫੀ ਡਿਫੀਕਲਟ ਵਰਡ ਐਡ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ। ਠੀਕ ਹੈ, ਈਜ਼ੀਲੀ ਜਿੱਦਾਂ ਦੇ ਵਰਡਸ ਤੁਹਾਨੂੰ ਆਉਂਦੇ ਨੇ ਲਿਖ ਦਿਓ, ਜਿੱਦਾਂ ਨੋਰਮਲੀ ਕਾਫੀ ਸਟੂਡੈਂਟਸ ਨੂੰ ਪਤਾ ਹੁੰਦੇ ਸਿਨੋਨਿਮ। ਠੀਕ ਹੈ, ਜਿੰਨੇ ਕੁ ਆਉਂਦੇ ਨੇ ਉਨੇ ਕੁ ਐਡ ਕਰ ਦਿਓ, ਬਾਕੀ ਠੀਕ ਹੈ। ਓਕੇ, ਉਸ ਤੋਂ ਅੱਗੇ ਆਪਣੇ ਕੋਲ ਆ ਜਾਂਦੇ ਨੇ ਕਨੈਕਟਰਸ। ਠੀਕ ਹੈ, ਤਾਂ ਕਨੈਕਟਰ ਤੁਸੀਂ ਡਿਫਰੈਂਟ ਐਡ ਕਰੋ, ਇਹ ਤੁਹਾਡੇ ਹੈਲਪ ਕਰਦੇ ਨੇ ਵੋਕੈਬ ਇੰਪਰੂਵ ਕਰਨ ਦੇ ਲਈ। ਠੀਕ ਹੈ, ਕਨੈਕਟਰਸ ਨੇ ਮੇ ਬੀ 10 ਆਪਣੇ ਕੋਲ ਇਨਫ ਨਹੀਂ। ਠੀਕ ਹੈ, ਅਗਰ ਤੁਸੀਂ 10 ਪ੍ਰਪੇਅਰ ਕਰ ਲੈਂਦੇ ਆ ਕਨੈਕਟਰਸ ਆਪਣੇ ਟਾਸਕ ਦੇ ਲਈ ਤਾਂ ਇਹ ਤੁਹਾਡੇ ਵੋਕੈਬ ਵੀ ਕਾਫੀ ਬੂਸਟ ਕਰਦੇ ਨੇ। ਠੀਕ ਹੈ, ਵੋਕੈਬ ਦੇ ਪਾਰਟ ਦੇ ਵਿੱਚ ਹੀ ਆ ਜਾਂਦੇ ਨੇ ਤੁਹਾਡੇ ਕਨੈਕਟਰ, ਐਂਡ ਇਹ ਆਪਣੀ ਕੀ ਐਸੇ ਦੇ ਵਿੱਚ ਕਨੈਕਟੀਵਿਟੀ ਲੈ ਕੇ ਆਉਂਦੇ ਨੇ। ਇਸ ਦੇ ਨਾਲ ਵਧੀਆ ਲੱਗਦਾ ਜਿੱਦਾਂ ਆਪਾਂ ਕਿਸੇ ਚੀਜ਼ ਨੂੰ ਲਿਖ ਕੇ ਹੈਡਿੰਗ ਦਿੰਦੇ ਹਾਂ ਨਾ ਕਿ ਇਹ ਹੈਡਿੰਗ ਹੈ ਨਾ, ਉਸ ਤੋਂ ਬਾਅਦ ਅਗਰ ਆਪਾਂ ਹੈਡਿੰਗ ਦੇ ਕੇ ਕੁਛ ਟੌਪਿਕ ਲਿਖਦੇ ਹਾਂ ਤਾਂ ਉਹਦੇ ਨਾਲ ਇਹ ਜਦੋਂ ਕੋਈ ਪੜ੍ਹਦਾ ਹੈ, ਠੀਕ ਹੈ, ਜਾਂ ਚੈੱਕ ਕਰਦਾ ਤਾਂ ਉਹਨੂੰ ਕਨਫਰਮ ਹੋ ਜਾਂਦਾ ਕਿ ਇੱਥੇ ਇਹ ਚੀਜ਼ ਲਿਖੀ ਹੋਈ ਹੈ। ਠੀਕ ਹੈ, ਉਹ ਜ਼ਿਆਦਾ ਵਧੀਆ ਲੱਗਦਾ ਤੁਹਾਡਾ ਐਸੇ ਲਿਖਿਆ। ਉਹਦੇ ਕਨੈਕਟਰਸ ਹੁੰਦੇ ਨੇ, ਕਨੈਕਟਰਸ ਹੈਡਿੰਗ ਦਾ ਕੰਮ ਕਰਦੇ ਨੇ। ਜਿੱਦਾਂ ਤੁਸੀਂ ਲਿਖ ਦਿੱਤਾ ਹੈਗਾ ਟੂ ਇਲੈਬੋਰੇਟਡ, ਦੈਟ ਮੀਨਸ ਉਹਦੀ ਹੈਡਿੰਗ ਹੈ ਕਿ ਤੁਸੀਂ ਉਹਨੂੰ ਇਲੈਬੋਰੇਟ ਕਰਨ ਜਾ ਰਹੇ ਹੋ। ਠੀਕ ਹੈ, ਐਂਡ ਉਸ ਤੋਂ ਅੱਗੇ ਆਪਣੇ ਕੋਲ ਲਾਸਟ ਐਗਜ਼ਾਮਪਲ। ਠੀਕ ਹੈ, ਐਗਜ਼ਾਮਪਲ ਦੇ ਰਿਗਾਰਡਿੰਗ ਕਾਫੀ ਡਾਊਟਸ ਨੇ। ਠੀਕ ਹੈ, ਕਾਫੀ ਸਟੂਡੈਂਟਸ ਐਡ ਕਰਦੇ ਨੇ, ਕਾਫੀ ਨਹੀਂ ਵੀ ਕਰਦੇ। ਠੀਕ ਹੈ, ਐਗਜ਼ਾਮਪਲ ਇੱਕ ਇੰਪੋਰਟੈਂਟ ਹੈ। ਠੀਕ ਹੈ, ਐਟਲੀਸਟ ਇੱਕ ਐਗਜ਼ਾਮਪਲ ਤੁਸੀਂ ਜ਼ਰੂਰ ਐਡ ਕਰੋ ਆਪਣੇ ਟਾਸਕ ਦੇ ਵਿੱਚ। ਐਗਜ਼ਾਮਪਲ ਇਹ ਹੁੰਦਾ ਕਿ ਆਪਾਂ ਜਿਹੜਾ ਆਈਡੀਆਜ਼ ਦਿੰਦੇ ਹਾਂ ਉਹਦੇ ਰਿਗਾਰਡਿੰਗ ਦੇਣੀ ਹੁੰਦੀ ਹੈ, ਐਂਡ ਪ੍ਰੂਵ ਕਰਦੇ ਹਾਂ ਆਪਾਂ ਕਿ ਜੋ ਆਪਾਂ ਆਈਡੀਆ ਦਿੱਤਾ ਹੈ ਉਹ ਟਰੂ ਹੈ। ਠੀਕ ਹੈ, ਤਾਂ ਐਗਜ਼ਾਮਪਲ ਐਟਲੀਸਟ ਇੱਕ ਜ਼ਰੂਰੀ ਹੈ ਆਪਣੇ ਫੁੱਲ ਟਾਸਕ ਦੇ ਵਿੱਚ। ਠੀਕ ਹੈ, ਤਾਂ ਕਾਫੀ ਵਾਰ ਜਦੋਂ ਆਪਾਂ ਨੂੰ ਸਟੇਟਮੈਂਟ ਆਉਂਦੀ ਐਗਜ਼ਾਮ ਦੇ ਵਿੱਚ ਤਾਂ ਮੈਂਸ਼ਨ ਵੀ ਕੀਤਾ ਹੁੰਦਾ ਹੈ। ਠੀਕ ਹੈ, ਕਿ ਤੁਸੀਂ ਐਗਜ਼ਾਮਪਲਸ ਦੇਣੀਆਂ ਹੈ ਨਾਲ। ਠੀਕ ਹੈ, ਐਕਸਪਲੇਨ ਕਰੋ ਵਿਦ ਦਾ ਹੈਲਪ ਆਫ ਐਗਜ਼ਾਮਪਲਸ। ਸੋ ਫਿਰ ਤੁਹਾਨੂੰ ਐਗਜ਼ਾਮਪਲ ਦੇਣੀ ਹੀ ਪੈਂਦੀ ਆ, ਤਾਂ ਪਹਿਲਾਂ ਹੀ ਟਰਾਈ ਕਰੋ ਕਿ ਇੱਕ ਐਗਜ਼ਾਮਪਲ ਤੁਸੀਂ ਐਡ ਕਰ ਦਿਓ।
ओके, तो फुल सैंपल आंसर की गल करते हैं। पहला आ जाती है अपने को रीफ्रेज एंड थीसी लाइन, ठीक है। तो रीफ्रेज के लिए की रूल है, रीफ्रेज तुसी सेंटेंस टू सेंटेंस करो। अगर तुसी रीफ्रेज सेंटेंस टू सेंटेंस करते हैं तो थोड़ी काफ़ी बेनीफिशियल रहती है। मतलब फॉर एग्जाम्पल सिंपल दे विच आया तो उन्होंने कन्वर्ट कर दो, तुसी पैसिव च कन्वर्ट कर दो, कंपलैक्स च कन्वर्ट कर दो, एंड ਜਿਹੜੇ ਤੁਹਾਨੂੰ सिनोनिम आते ने ऐड कर दो। अगर नहीं भी आते तुसी सेम वर्ड लिख सकते हैं, ठीक है। तो आप लिखते हैं इट इज़ कंसीडर दैट, ये कंसीडर किया जाता है अर्जेंट एक्शन मस्ट बी टेकन बाय द इंटरनेशनल कम्यूनिटी इन ऑर्डर टू इंश्योर दैट ऑल कंट्रीज लिमिट द यूज़ ऑफ गैस एंड ऑयल, ठीक है। तो आप ये चीज़ कही है कि कंसीडर जोड़ा मतलब किया जाता है कि अर्जेंट एक्शन, ठीक है। अपने को इमीडिएटली सीगा तो आप अर्जेंट कर दिता उसनों, ठीक है, कन्वर्ट कर दिता। उस तो बाद अपने को की है एक्शन जोड़ा है टेकन, एक्ट में आप एक्शन के चेंज कर दिता है बाय इंटरनेशनल कम्यूनिटी। इंटरनेशनल कम्यूनिटी का अपन सिनोनिम नहीं पता सी, आप उदा ही लिख दिता। अगर तुम लिखना है तो लिख सकते हो जिदा गवर्नमेंट, लॉ मेकर, ठीक है, एडमिनिस्ट्रेशन, इदा के वर्ड्स लिख सकते हो। बट आप उदा ही लिख दिता है कि अगर तुहानूं कोई वर्ड का नहीं आता सिनोनिम तुम उदा ही उतार सकते हो, ठीक है। ये इट तो लैके अपने को सेंटेंस टेकन बाय तक अपने को पैसिव फॉर्म के सेंटेंस है। उस तो बाद इन ऑर्डर टू अपने को कंपलैक्स सेंटेंस है, ठीक है। तो आप टू जिहड़ियां वेरीएशन ऐड कर दित्तियां स्टार्टिंग दे विच ही, ठीक है, रीफ्रेज दे विच ही आप कर दित्ती एक कंपलैक्स एंड पैसिव। तो एग्जामिनर ते थोड़ा वधिया जिहड़ा इफैक्ट होएगा, ठीक है। अगर आप गल करते हैं थीसी लाइन की, तो इस तो ऑयल गैस एंड ऑयल तक तुसी हैगा अपनी रीफ्रेज करनी। उस तो बाद डू यू एग्री और डिसएग्री तुसी थीसी लाइन च कन्वर्ट करना। आई गिव सम रीजनस वाई एग्री विद दिस सैड नोशन, ठीक है। मैं रीजन देने है कि क्यों मैं एग्री हाँ इस सैड नोशन, मतलब तुसी अपना परसपैक्टिव देता कि तुसी एग्री हो उस नाल, ठीक है। तुसी फुली डिसएग्री भी जा सकते हो कि तुहानूं पॉइंट्स आते हैं, ठीक है। जिद्दां आपां नूं इत्थे रीफ्रेज दे विच एग्जाम्पल पा के गैस एंड ऑयल लिखे सी, आपां सिंपल लिख दिता यूज़ ऑफ गैस एंड ऑयल, बिकॉज आपां गैस एंड ऑयल के बिहाफ ते ही ऐसे लिखना है, फॉसिल फ्यूल्स गैस एंड ऑयल की गल करनी है आपां, ठीक है। तो हुण मतलब कि आप एग्री हुए हाँ, दैट मीनस आप ये चीज़ लिखनी है कि आप असी एग्री हैं कि गवर्नमेंट नूं हाँ जी करना चाहिए, एक्ट लेना चाहिए कि नेशनस जिहड़े कंट्रोल करन कंजम्पशन ऑफ फॉसिल फ्यूल्स, ठीक है। तो वो चीज़ तुसीं रीजन दसना है कि जिहड़ी अपने को फॉसिल फ्यूल का की जे आप एक्सट्रा यूज़ करते हैं तो उन्हां नाल की हो सकता है, ठीक है। तो आप वो चीज़ दसांगे फर्स्ट दे विच एंड सैकेंड, मतलब रीजन दसने हैं क्यों आपां नूं जिहड़ा की फॉसिल फ्यूल दे विच रिडक्शन करनी चाहिए है। ओके ओके, तो आप BP1 स्टार्ट करते हैं। जिदा अपने को BP1 है स्टार्ट किया टू बिगिन विद, ठीक है। तो अपने को एक कनैक्टर है टू बिगिन विद। देयर आर सैवरल रीजनस वाई गवर्नमेंट शुड टेक एक्शन टू रिड्यूस द कंजम्पशन ऑफ फॉसिल फ्यूल्स। पहला बेसिक लाइन देनी होंगे जो BP स्टार्ट करते हैं जितों क्लीयर हो जाए कि आप BP दे विच की लिखना है, ठीक है। जिन्ना वधिया तरीके नाल लिखोगे, जिन्ना साफ साफ लिखोगे, क्लीयर का मतलब हैगा राइटिंग की गल नहीं कर रही, जिन्ना आइडिया क्लीयर दोगे, जिन्नी वधिया हैडिंग लिख के दसोगे उन्ना ही वधिया, जिन्नी वधिया एलैबोरेशन करोगे। फॉर एग्जाम्पल अगर मैं तुहानूं कोई आइडिया देवां कि इस चीज़ का ये है, ठीक है, जिद्दां हुण मैं तुहानूं इहदे कह दा कि जे फॉसिल फ्यूल का आप एक्सट्रा यूज़ करते हैं तो उहदे नाल की ग्लोबल वार्मिंग होंदी है, ठीक है। तो वो घट इफैक्ट करेगा। अगर मैं तुहानूं ग्लोबल वार्मिंग की नाल पूरी डिटेल दे विच समझावां कि इस तरीके दे नाल जिहड़े ग्लोबल वार्मिंग दे जिहड़े आपां फॉसिल फ्यूल यूज़ करते हैं वो कार्बन डाइऑक्साइड प्रोड्यूस करते हैं, तो इन दिस वे जिहड़ी ग्लोबल वार्मिंग की प्रॉब्लम आती है आपां नूं, ठीक है। तो वो ज़्यादा इफैक्ट करेगी क्योंकि तुहानूं डीप नॉलेज हो जाएगी। इस तरीके नाल अगर एग्जामिनर नूं आपां ज़्यादा वधिया तरीके नाल एलैबोरेट करांगे, ठीक है, एंड नाल दी नाल बहुत क्लीयर करके लिखांगे कि इत्थे ये चीज़ लिखी है, तो वो ज़्यादा हैल्प करता है तुहाडे स्कोर बूस्ट करन दे विच, ठीक है। आइडिया एक दे दो बट उन्होंने एक वधिया वे दे नाल जिहड़ा तुसीं परफॉर्म करिया करो अपने टास्क दे विच, ठीक है। तो बेसिक लाइन दी है देयर आर सैवरल रीजनस वाई गवर्नमेंट शुड टेक एक्शन टू रिड्यूस द कंजम्पशन ऑफ फॉसिल फ्यूल्स, कि आपां नूं जिहड़े कि सैवरल रीजनस ने इहदे पिछे कि गवर्नमेंट नूं जिहड़ा एक्शन लेना चाहिए है रिड्यूस करन लई कंजम्पशन ऑफ फॉसिल फ्यूल, ठीक है। फर्स्ट एंड फॉरमोस्ट मेन की हैगा इज़ फॉसिल फ्यूल इज़ वन ऑफ द मेजर कंट्रीब्यूटर्स टू द ग्लोबल वार्मिंग एंड क्लाइमेट चेंज, कि पहला रीजन की आ जो आप यूज़ करते हैं फॉसिल फ्यूल तो मेजर ने, ठीक है, मेजर कंट्रीब्यूट करते हैं, योगदान देंगे ने अपना काहदे विच ग्लोबल वार्मिंग दे विच एंड क्लाइमेट चेंज दे विच, ठीक है। हुण इसदा आपां लिखांगे एलैबोरेट करांगे कि किद्दां दिंदे ने। ये अपनी टास्क स्टेटमेंट सी, बेसिक लाइन सी अपनी फॉसिल फ्यूल्स तक, ठीक है। फर्स्ट एंड फॉरमोस्ट तो लैके अपनी क्लाइमेट चेंज तक अपनी होगी टास्क स्टेटमेंट मेन आइडिया, एंड उसनूं एलैबोरेट करांगे, ठीक है। टू एक्सप्लेन इट गैस एंड ऑयल हैव प्रोड्यूस्ड मैसिव कार्बन डाइऑक्साइड, ठीक है। मैसिव का मीनिंग होंदा है काफ़ी ज़्यादा, ठीक है, मतलब जिदा
काफ़ी अमाउंट ਦੇ ਵਿੱਚ ਕਾਰਬਨ ਡਾਈਆਕਸਾਈਡ ਐਂਡ ਲੀਡ ਟੂ ਨੈਚੁਰਲ ਡਿਸਾਸਟਰਸ। ਠੀਕ ਹੈ, ਜਿਹੜਾ ਕਿ ਲੀਡ ਕਰਦਾ ਹੈਗਾ ਨੈਚੁਰਲ ਡਿਸਾਸਟਰ ਨੂੰ। ਕਾਰਬਨ ਡਾਈਆਕਸਾਈਡ ਜ਼ਿਆਦਾ ਪ੍ਰੋਡਿਊਸ ਕਰਦੇ ਨੇ ਇਹ ਜਿਹੜੇ ਆਪਣੇ ਰਿਸੋਰਸ ਨੇ, ਠੀਕ ਹੈ, ਜਿਹਦੇ ਵਿੱਚ ਕੀ ਹੈਗਾ ਉਹ ਨੈਚੁਰਲ ਡਿਸਾਸਟਰਸ ਨੂੰ ਕੀ ਇਨਵਾਈਟ ਕਰਦੇ ਨੇ, ਇੰਕਲੂਡਿੰਗ ਗਲੋਬਲ ਵਾਰਮਿੰਗ ਐਂਡ ਸੀ ਲੈਵਲ ਰਾਈਜ਼ਿੰਗ। ਤਾਂ ਮੇਨ ਦੋ ਮੇਜਰ ਪ੍ਰੋਬਲਮਸ ਦੱਸਦੀਆਂ ਜਿਹੜੀਆਂ ਇਹਦੇ ਨਾਲ ਹੁੰਦੀਆਂ ਨੇ, ਗਲੋਬਲ ਵਾਰਮਿੰਗ ਐਂਡ ਸੀ ਲੈਵਲ ਰਾਈਜ਼ਿੰਗ। ਠੀਕ ਹੈ, ਫੋਰ ਐਗਜ਼ਾਮਪਲ ਹੁਣ ਇਸ ਦੀ ਐਗਜ਼ਾਮਪਲ ਪਾਵਾਂਗੇ। ਐਗਜ਼ਾਮਪਲ ਤੁਸੀਂ ਉੱਦਾਂ ਦੀ ਪਾਇਓ ਜਿਹੜੀ ਤੁਹਾਡੀ ਆਈਡੀਆਜ਼ ਦੇ ਨਾਲ ਜਿਹੜੀ ਰਿਲੇਟ ਕਰਦੀ ਹੋਵੇ। ਠੀਕ ਹੈ, ਐਟਲੀਸਟ ਇੱਕ ਐਗਜ਼ਾਮਪਲ ਹੋਣੀ ਜ਼ਰੂਰੀ ਹੈ ਆਪਣੇ ਫੁੱਲ ਟਾਸਕ ਦੇ ਵਿੱਚ। ਫੋਰ ਐਗਜ਼ਾਮਪਲ ਮੈਨੀ ਕੋਸਟਲ ਏਰੀਆਜ਼ ਐਂਡ ਆਈਲੈਂਡਸ ਆਰ ਫੇਸਿੰਗ ਦ ਡੇਂਜਰ ਆਫ ਬੀਇੰਗ ਦ ਸਮਰਜ ਓਇਨਿੰਗ ਟੂ ਰਾਈਜ਼ਿੰਗ ਸੀ ਲੈਵਲ। ਠੀਕ ਹੈ, ਕਿ ਇੱਕ ਐਗਜ਼ਾਮਪਲ ਦੇ ਅਕੋਰਡਿੰਗ ਜਿਹੜੇ ਕੋਸਟਲ ਏਰੀਆਜ਼ ਐਂਡ ਆਈਲੈਂਡਸ ਹੈਗੇ ਆ ਉਹ ਫੇਸ ਕਰ ਰਹੇ ਆ ਡੇਂਜਰ ਆਫ ਸਮਰਜ ਓਇੰਗ ਟੂ ਰਾਈਜ਼ਿੰਗ ਸੀ ਲੈਵਲ। ਠੀਕ ਹੈ, ਕਿ ਉਹਨਾਂ ਦਾ ਜਿਹੜਾ ਸੀ ਲੈਵਲ ਰਾਈਜ਼ ਹੋ ਰਿਹਾ ਉਹ ਇੱਦਾਂ ਦੇ ਚੈਲੰਜਸ ਫੇਸ ਕਰ ਰਹੇ ਆ। ਠੀਕ ਹੈ, ਐਜ਼ ਅ ਰਿਜ਼ਲਟ ਇਹਦਾ ਰਿਜ਼ਲਟ ਕੀ ਨਿਕਲਦਾ, ਇਟ ਇਜ਼ ਸੋ ਅਰਜੈਂਟ ਦੈਟ ਇਟ ਸ਼ੁੱਡ ਬੀ ਫਿਕਸਡ ਐਜ਼ ਸੂਨ ਐਜ਼ ਪੋਸੀਬਲ। ਕਿ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ, ਅਰਜੈਂਟ ਹੈ ਕਿ ਇਹ ਉਹ ਜਿੰਨੀ ਜਲਦੀ ਹੋ ਸਕਦਾ ਹੈ ਉਨੀ ਜਲਦੀ ਹੀ ਫਿਕਸ ਕਰ ਦੇਣਾ ਚਾਹੀਦਾ। ਐਜ਼ ਸੂਨ ਐਜ਼ ਪੋਸੀਬਲ ਦੈਟ ਮੀਨਸ ਜਿੰਨੀ ਜਲਦੀ ਹੋ ਸਕਦਾ ਹੈ। ਠੀਕ ਹੈ, ਆਪਾਂ ਕਰ ਸਕਦੇ ਹਾਂ। ਇਹ ਹੋ ਗਿਆ ਆਪਣਾ BP1 ਜਿਹੜਾ ਕਿ ਫਸਟ ਆਈਡੀਆ ਦਿੱਤਾ ਆਪਾਂ, ਜਿਹਦੇ ਕਰਕੇ ਆਪਾਂ ਐਗਜ਼ਾਮੀਨਰ ਨੂੰ ਇਹ ਦੱਸਿਆ ਕਿ ਕਿਉਂ ਫੋਸਿਲ ਫਿਊਲ ਦਾ ਯੂਜ਼ ਘੱਟ ਕਰਨਾ ਚਾਹੀਦਾ। ਮਤਲਬ ਮੈਂ ਐਗਰੀ ਸੀ, ਕਿਉਂ ਐਗਰੀ ਸੀ ਉਹਦੇ ਪਿੱਛੇ ਦਾ ਇੱਕ ਰੀਜ਼ਨ ਦੱਸਿਆ ਹੈ। ਹੁਣ ਸੈਕਿੰਡ ਰੀਜ਼ਨ ਵੀ ਦੱਸੂਗੀ ਤੁਸੀਂ ਕਿਉਂ ਐਗਰੀ ਹੈ। ਡਿਸਐਗਰੀ ਵਾਲੀ ਸਾਈਡ ਬਿਲਕੁਲ ਨਹੀਂ ਜਾਣਾ, ਆਪਾਂ ਕੰਪਲੀਟਲੀ ਇੱਕ ਵਾਲੀ ਸਾਈਡ 'ਤੇ ਜਾਣਾ ਹੈ। ਠੀਕ ਹੈ, ਹੁਣ ਤੁਸੀਂ ਡਿਸਐਗਰੀ ਵਾਲੀ ਸਾਈਡ ਨਹੀਂ ਲਿਖਣੀ, ਐਗਰੀ ਵਾਲੀ ਸਾਈਡ ਲਿਖਣੀ ਹੈਗੀ। ਉਹਦੇ ਵਿੱਚ ਵੀ ਇਹੀ ਦੱਸਣਾ ਹੈ ਕਿ ਕਿਉਂ ਤੁਸੀਂ ਐਗਰੀ ਹੋ। ਠੀਕ ਹੈ, ਫਸਟ ਦੇ ਵਿੱਚ ਆਪਾਂ ਕਲੀਅਰ ਕਰਦਾ ਕਿ ਮੈਂ ਕਿਉਂ ਐਗਰੀ ਹਾਂ, ਹੁਣ ਸੈਕਿੰਡ ਦੇ ਵਿੱਚ ਕਰਦੇ ਹਾਂ। ਓਕੇ, ਤਾਂ ਆਪਾਂ ਸਟਾਰਟ ਕਰਦੇ ਹਾਂ। ਸ਼ਿਫਟਿੰਗ ਟੂਵਰਡਸ ਦਾ ਅਨਦਰ ਰੀਜ਼ਨ। ਹੁਣ ਇੱਕ ਹੋਰ ਰੀਜ਼ਨ ਵੱਲ ਸ਼ਿਫਟ ਕਰਨ ਜਾ ਰਹੇ ਹਾਂ, ਦੈਟ ਆਪਣੀ ਬੇਸਿਕ ਲਾਈਨ ਹੈ। ਠੀਕ ਹੈ, ਆਇਲ ਐਂਡ ਗੈਸ ਆਰ ਲਿਮਟਡ ਰਿਸੋਰਸ। ਠੀਕ ਹੈ, ਕਿ ਜਿਹੜੇ ਆਇਲ ਐਂਡ ਗੈਸ ਆ, ਫੋਸਿਲ ਫਿਊਲਸ ਆ, ਇਹ ਲਿਮਟਡ ਨੇ। ਠੀਕ ਹੈ, ਮਤਲਬ ਇੱਕ ਇਹਨਾਂ ਦੀ ਲਿਮਟਡ ਆ, ਜਿੰਨਾ ਕਿ ਆਪਾਂ ਕਹਿ ਦਈਏ ਇਹਨਾਂ ਦੀ ਜਿਹੜੀ ਕੁਆਂਟਿਟੀ ਆ ਉਹ ਥੋੜ੍ਹੀ ਹੈ। ਠੀਕ ਹੈ, ਤਾਂ ਇੱਕ ਦਿਨ ਇਹ ਕੀ ਆ ਖਤਮ ਹੋ ਜਾਣਗੇ ਐਂਡ ਦੇ ਆਰ ਰਨਿੰਗ ਆਊਟ ਇਨ ਡਿਕੇਡਸ। ਠੀਕ ਹੈ, ਇੱਕ ਦਿਨ ਇਹ ਕੀ ਹੈ ਖਤਮ ਹੋ ਜਾਣਗੇ ਆਉਣ ਵਾਲੀਆਂ ਡਿਕੇਡਸ ਦੇ ਵਿੱਚ। ਠੀਕ ਹੈ, ਵਿਚ ਵਿਲ ਬਿਕਮ ਅ ਰੀਜ਼ਨ ਆਫ ਵਰਲਡ ਵਾਰ ਅਮੰਗ ਨੇਸ਼ਨਸ। ਜਿਹੜਾ ਕੀ ਆ ਰੀਜ਼ਨ ਬਣ ਸਕਦਾ ਹੈ, ਰੀਜ਼ਨ ਹੋਵੇਗਾ। ਠੀਕ ਹੈ, ਵਰਲਡ ਵਾਰ ਦੇ ਵਿੱਚ ਅਮੰਗ ਨੇਸ਼ਨਸ। ਹੁਣ ਆਪਾਂ ਸੈਕਿੰਡ ਰੀਜ਼ਨ ਜਿਹੜਾ ਦੱਸ ਦਿੱਤਾ ਹੈਗਾ ਕਿ ਵਰਲਡ ਵਾਰ ਦਾ ਜਿਹੜਾ ਰੀਜ਼ਨ ਬਣ ਸਕਦਾ ਹੈ। ਠੀਕ ਹੈ, ਤਾਂ ਵਾਰ ਦਾ ਰੀਜ਼ਨ ਬਣ ਜਾਏਗਾ। ਹੁਣ ਐਗਜ਼ਾਮੀਨਰ ਨੂੰ ਨਹੀਂ ਪਤਾ ਕਿੱਦਾਂ ਬਣ ਜਾਏਗਾ, ਆਪਣੇ ਮਾਈਂਡ ਦੇ ਵਿੱਚ ਕਿਹੜਾ ਆਈਡੀਆ ਚੱਲ ਰਿਹਾ, ਉਹਨੂੰ ਤੁਸੀਂ ਇਲੈਬੋਰੇਸ਼ਨ ਦੇ ਵਿੱਚ ਦੱਸੋਗੇ ਕਿ ਕਿੱਦਾਂ ਬਣ ਜਾਏਗਾ। ਠੀਕ ਹੈ, ਟੂ ਐਕਸਪਲੇਨ ਇਟ in the future ਦੇ ਵਿੱਚ ਕੀ ਹੋਏਗਾ, countries will fight for fossil fuels in order to fulfill their needs। ਕਿ ਜਿਹੜੀਆਂ ਕੰਟਰੀਜ਼ ਨੇ ਉਹ ਫਾਈਟ ਕਰਨਗੀਆਂ। ਠੀਕ ਹੈ, ਮਤਲਬ ਫਾਈਟ ਕਰਨਗੀਆਂ ਅਗਰ ਉਹਨਾਂ ਨੂੰ ਫੋਸਿਲ ਫਿਊਲ ਜਿੱਦਾਂ ਹੁਣ ਉਹ ਜ਼ਿਆਦਾ ਯੂਜ਼ ਕਰ ਰਹੀਆਂ, ਇੱਕ ਦਿਨ ਮੁੱਕ ਜਾਣਗੇ। ਠੀਕ ਹੈ, ਜਾਂ ਫਿਰ ਉਹ ਕਿਸੇ ਕੰਟਰੀ ਕੋਲ ਰਹਿ ਜਾਣਗੇ, ਹਰ ਇੱਕ ਕੰਟਰੀ ਕੋਲ ਨਹੀਂ ਰਹੇਗਾ। ਠੀਕ ਹੈ, ਕਿਸੇ ਕੋਲ ਰਹਿ ਗਈ ਤਾਂ ਫਿਰ ਉਹ ਫੋਸਿਲ ਫਿਊਲਸ ਦੇ ਪਿੱਛੇ ਹੀ ਲੜਾਈ ਕਰਨਗੇ। ਠੀਕ ਹੈ, ਫਾਈਟ ਹੋਏਗੀ ਉਹਨਾਂ ਦੀ, ਕਿਉਂਕਿ ਉਹਨਾਂ ਨੇ ਆਪਣੀਆਂ ਨੀਡਸ ਤਾਂ ਕੰਪਲੀਟ ਕਰਨੀਆਂ ਹੀ। ਜੋ ਗੈਸ ਐਂਡ ਆਇਲਸ ਆਪਣੀ ਨੀਡਸ ਨੂੰ ਕੰਪਲੀਟ ਕਰਦੇ ਨੇ ਉਹ ਤਾਂ ਉਹਨਾਂ ਨੇ ਕਰਨੀਆਂ ਹੀ ਨਹੀਂ, ਕਿੱਦਾਂ ਹੀ ਕਰਨਾ ਹੈ ਨਾ, ਐਨੀ ਹਾਊ। ਤਾਂ ਉਹ ਚੀਜ਼ ਦੇ ਪਿੱਛੇ ਫਿਰ ਉਹ ਫਾਈਟ ਕਰਨਗੇ, ਹੈ ਨਾ, ਕਿ ਵੀ ਇਹ ਜਿਹੜੇ ਸਾਡੀਆਂ ਹੈਗੀਆਂ ਸੀ ਕੰਪਲੀਟ ਕਰਨੀਆਂ ਨੀਡਸ, ਤਾਂ ਫਿਰ ਉਹ ਦੂਸਰੀ ਨੇਸ਼ਨ ਦੇ ਨਾਲ ਲੜਾਈ ਕਰਨਗੇ ਇਸ ਚੀਜ਼ ਦੇ ਵਿੱਚ, ਜਿਹੜਾ ਕਿ ਵਰਲਡ ਵਾਰ ਦਾ ਰੀਜ਼ਨ ਬਣਦਾ ਹੈ। ਐਂਡ ਦੇ ਹੈਵ ਨੋ ਐਨੀ ਅਦਰ ਵੇ ਟੂ ਪ੍ਰੋਡਿਊਸ ਦੀਜ਼ ਸੋਰਸ ਅਗੇਨ। ਅਤੇ ਇਹ ਕੀ ਆ, ਪ੍ਰੋਡਿਊਸ ਵੀ ਨਹੀਂ ਹੋ ਸਕਦੇ ਕਿ ਦੁਬਾਰਾ। ਠੀਕ ਹੈ, ਤਾਂ ਫਿਰ ਉਹਨਾਂ ਕੋਲ ਕੋਈ ਹੋਰ ਵੇ ਨਹੀਂ ਹੈਗਾ ਕਿ ਉਸ ਨੂੰ ਦੁਬਾਰਾ ਜਿਹੜਾ ਪ੍ਰੋਡਿਊਸ ਕਰ ਲੈਣ। ਠੀਕ ਹੈ, ਤਾਂ ਫਿਰ ਉਹ ਇੱਕੋ ਇੱਕ ਰੀਜ਼ਨ ਬਚ ਜਾਏਗਾ ਵਰਲਡ ਵਾਰ। ਠੀਕ ਹੈ, ਇਟ ਵਿਲ ਨਾਟ ਓਨਲੀ ਬਿਕਮ ਅ ਪ੍ਰੋਬਲਮ ਬਟ ਆਲਸੋ ਬਿਕਮ ਅ ਰੀਜ਼ਨ ਆਫ ਵਰਲਡ ਵਾਰ। ਇਹ ਇਕੱਲੀ ਪ੍ਰੋਬਲਮ ਹੀ ਨਹੀਂ ਬਣ ਜਾਏਗੀ, ਮਤਲਬ ਪ੍ਰੋਬਲਮ ਕਿ ਨੀਡਸ ਕੰਪਲੀਟ ਕਰਨ ਦੇ ਲਈ, ਹੈ ਨਾ, ਉਹਦੀਆਂ ਨੀਡਸ ਨਹੀਂ ਪੂਰੀਆਂ ਹੋਣਗੀਆਂ ਤਾਂ ਇੱਕ ਪ੍ਰੋਬਲਮ ਹੋ ਜਾਏਗੀ, ਬਟ ਆਲਸੋ ਕਿ ਇਹ ਰੀਜ਼ਨ ਬਣ ਜਾਊਗਾ ਵਰਲਡ ਵਾਰ ਦਾ, ਅਤੇ ਫਿਰ ਕੀ ਲੜਾਈ ਦਾ ਰੀਜ਼ਨ ਵੀ ਬਣ ਜਾਊਗਾ। ਉਸ ਤੋਂ ਅੱਗੇ ਆਪਣੇ ਕੋਲ ਆ ਗਿਆ ਹੈਂਸ ਦਾ ਰਿਜ਼ਲਟ ਕੀ ਨਿਕਲਦਾ, ਇਟ ਬਿਕਮ ਮੈਂਡੇਟਰੀ ਟੂ ਰਿਡਿਊਸ ਦ ਡਿਪੈਂਡੈਂਸ ਔਨ ਦੈਮ। ਤਾਂ ਫਿਰ ਆਪਣਾ ਜਿਹੜਾ ਜ਼ਰੂਰੀ ਬਣਦਾ ਹੈ ਕਿ ਉਸ 'ਤੇ ਜਿਹੜਾ ਆਪਾਂ ਡਿਪੈਂਡ ਹੋ ਗਏ ਹਾਂ ਗੈਸ ਐਂਡ ਆਇਲ 'ਤੇ ਜਿੰਨੇ ਹੋ ਗਏ ਉਸ ਨੂੰ ਆਪਾਂ ਰਿਡਿਊਸ ਕਰੀਏ। ਠੀਕ ਹੈ, ਰਿਡਕਸ਼ਨ ਜ਼ਰੂਰੀ ਆ ਫੋਸਿਲ ਫਿਊਲ ਦੇ ਯੂਜ਼ ਦੇ ਵਿੱਚ। ਔਨ ਦੈਮ ਐਂਡ ਲੁੱਕ ਫॉर ਅਲਟਰਨੇਟਿਵਸ। ਅਤੇ ਆਪਾਂ ਨੂੰ ਕੀ ਅਲਟਰਨੇਟਿਵਸ ਦੇ ਲਈ ਦੇਖਣਾ ਚਾਹੀਦਾ ਹੈਗਾ। ਠੀਕ ਹੈ, ਇਹ ਹੋ ਗਿਆ ਆਪਣਾ ਸੈਕਿੰਡ ਰੀਜ਼ਨ। ਮਤਲਬ ਐਗਰੀ ਸੀ ਤਾਂ ਕਲੀਅਰ ਕਰ ਦਿੱਤਾ ਕਿ ਕਿਉਂ ਐਗਰੀ ਸੀਗੇ। ਠੀਕ ਹੈ, ਦੋਨੋਂ ਰੀਜ਼ਨ ਦੱਸਦੇ, ਕਿਉਂਕਿ ਇੱਕ ਤਾਂ ਇਹ ਹੈਗਾ ਵਰਲਡ ਵਾਰ ਦਾ ਰੀਜ਼ਨ ਬਣ ਜਾਏਗਾ ਤਾਂ ਰਿਡਕਸ਼ਨ ਕਰਨੀ ਚਾਹੀਦੀ ਹੈ ਹੁਣ ਤੋਂ ਹੀ ਆਪਾਂ ਨੂੰ। ਠੀਕ ਹੈ, ਤਾਂ ਇੱਕ ਆਪਾਂ ਦੱਸਦਾ ਕਿ ਇੱਦਾਂ ਦੇ ਜਿਹੜੇ ਨੈਚੁਰਲ ਡਿਸਾਸਟਰਸ ਨੂੰ ਇਨਵਾਈਟ ਕਰਦਾ ਕਿ ਜਿਹੜੀ ਲੋਕਾਂ ਦੇ ਲਈ ਸਹੀ ਨਹੀਂ ਹੈਗੀ, ਜਿੱਦਾਂ ਗਲੋਬਲ ਵਾਰਮਿੰਗ। ਠੀਕ ਹੈ, ਸੀ ਲੈਵਲ ਰਾਈਜ਼ਿੰਗ। ਓਕੇ, ਹੁਣ ਆਪਾਂ ਇਸ ਦਾ ਕਨਕਲੂਜ਼ਨ ਦੇਵਾਂਗੇ। ਠੀਕ ਹੈ, ਐਂਡ ਮੇਕ ਸ਼ੋਰ ਕਨਕਲੂਜ਼ਨ ਦੇ ਵਿੱਚ ਉਹੀ ਆਈਡੀਆ ਆਪਾਂ ਦਿੰਦੇ ਹੁੰਦੇ ਹਾਂ ਜਿਸ ਦੇ ਵਿੱਚ ਕੀ ਆਪ ਤੁਸੀਂ ਲਾਈਕ BP1 ਐਂਡ BP2 ਦੇ ਵਿੱਚ ਗੱਲ ਕੀਤੀ ਹੈ। ਠੀਕ ਹੈ, ਆਊਟ ਆਫ ਕੋਈ ਵੀ ਆਈਡੀਆ ਨਹੀਂ ਦੇਈਦਾ ਹੁੰਦਾ ਕਨਕਲੂਜ਼ਨ ਦੇ ਵਿੱਚ, ਜੋ ਤੁਹਾਡਾ ਟਾਸਕ ਰਿਸਪੌਂਸ ਨੂੰ ਇਫੈਕਟ ਕਰਦਾ ਹੈ। ਠੀਕ ਹੈ, ਟੂ ਕਨਕਲੂਡ ਇਟ
the result of consuming large quantity of oil and gas are threatening people's life। ठीक है कि जे आप लार्ज क्वांटिटी ऑयल एंड गैस की यूज़ करते हैं कंज्यूम करते हैं, ठीक है कंज्यूम यूज़ सेम सिनोनिम ने एक दूसरे के, तो ये की आ थ्रीटिंग बन जाता है पीपल्स की लाइफ दे अराउंड द वर्ल्ड, सारे लोगों के लिए हो जाएगी, ठीक है एक प्रॉब्लम हो जाएगी। सो आई थिंक सो मैनू लगता है क्योंकि अपन उन्होंने परसपैक्टिव पूछा सी ना डू यू एग्री और डिसएग्री, सो तुम मैंशन कर सकते हैं कनकलूजन के अपना परसपैक्टिव। सो आई थिंक इट बिकम अ रिस्पोंसिबिलिटी ऑफ गवर्नमेंट टू कंट्रोल द यूज़ ऑफ दीज सोर्सिस। ठीक है किस रिसोर्सिस का जो कंट्रोल जरूरी है गवर्नमेंट के लिए, तो उन्होंने किया कुछ एक्शनस वगैरह लेने चाहिए। दैट मीनस तुम एग्री हो स्टेटमेंट के नाल, ठीक है तो ये हो गया अपना कनकलूजन। तो ये सी जो अपन 27 मई आ इस एग्जाम के देखने को मिले। तो आई होप वीडियो थोड़े लिए बेनीफिशियल होएगी। तो अगर तुम्हें मॉर्निंग स्लॉट की भी स्टेटमेंट मिलती है तो प्लीज़ शेयर करो, तो मैं डेफिनेटली उससे भी तुम्हें जो टास्क प्रोवाइड कराँगी। थैंक्स फॉर वॉचिंग।